ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਸਿੱਧੂ ਦੇ ਪਾਕਿਸਤਾਨ ਦੌਰੇ ਦੀ। ਜਦੋਂ ਕਿ ਉਹ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਗਏ ਸੀ, ਉਹਨਾਂ ਦਾ ਇਹ ਦੌਰਾ ਵਿਵਾਦਾਂ ਦੇ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਕਿਉਂ ਵਿਵਾਦਾਂ ਦੇ ਵਿੱਚ ਘਿਰਿਆ ਤੇ ਕਿੰਨਾ ਪਾਰਟੀਆਂ ਨੇ ਸਿੱਧੂ ਨੂੰ ਟਾਰਗੇਟ ਕੀਤਾ, ਉਸ ਬਾਰੇ ਗੱਲਬਾਤ ਕਰਾਂਗੇ ਸੀਐਮ ਚੰਨੀ ਦੇ ਬਾਰੇ, ਜਿਨ੍ਹਾਂ ਨੇ ਕਿ ਇੱਕ ਵੱਡਾ ਐਲਾਨ ਕਿਸਾਨੀ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਗਾਉਣ ਵਾਲੇ ਕਿਸਾਨਾਂ ਦੇ ਲਈ ਕੀਤਾ। ਕੀ ਹੈ ਉਹ ਐਲਾਨ, ਉਸ ਬਾਰੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਸੀਐਮ ਚੰਨੀ ਦੇ ਵੱਲੋਂ ਮੋਦੀ ਸਰਕਾਰ ਨੂੰ ਧੰਨਵਾਦ ਕਰਨ ਵਾਲਿਆਂ ਨੂੰ ਟਾਰਗੇਟ ਕੀਤਾ ਗਿਆ। ਕਿਉਂ ਟਾਰਗੇਟ ਕੀਤਾ ਗਿਆ, ਕਿੰਨਾ ਸ਼ਬਦਾਂ ਦੇ ਨਾਲ ਟਾਰਗੇਟ ਕੀਤਾ ਗਿਆ, ਉਸ ਬਾਰੇ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਸੁਖਬੀਰ ਸਿੰਘ ਬਾਦਲ ਦੀ, ਜਿਨ੍ਹਾਂ ਨੇ ਆਪਣੇ ਭਾਜਪਾ ਦੇ ਨਾਲ ਫਿਰ ਤੋਂ ਗੱਠਜੋੜ ਬਾਰੇ ਆਪਣੇ ਪੱਤੇ ਖੋਲੇ ਨੇ। ਕੀ ਕਿਹਾ ਉਹਨਾਂ ਨੇ, ਵੱਡੇ ਬਿਆਨ ਦਿੱਤੇ ਨੇ, ਗਠਬੰਧਨ ਫਿਰ ਹੋਏਗਾ ਜਾਂ ਨਹੀਂ ਹੋਏਗਾ, ਇਸ ਬਾਰੇ ਪੱਤੇ ਖੋਲਦੇ ਹੋਏ ਨਜ਼ਰ ਆਏ ਨੇ ਸੁਖਬੀਰ ਸਿੰਘ ਬਾਦਲ। ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਸੀਨੀਅਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਅਣਖੀ ਸਾਹਿਬ ਦਾ ਸਵਾਗਤ ਕਰਾਂਗੇ। ਅਣਖੀ ਸਾਹਿਬ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅਣਖੀ ਸਾਹਿਬ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਜਦੋਂ ਵੀ ਪਾਕਿਸਤਾਨ ਜਾਂਦੇ ਨੇ ਤਾਂ ਉਹਨਾਂ ਦਾ ਦੌਰਾ ਵਿਵਾਦਾਂ ਦੇ ਵਿੱਚ ਰਹਿੰਦਾ ਹੈ, ਭਾਵੇਂ ਕਿ ਉਹ ਬਾਜਵਾ ਦੇ ਨਾਲ ਜੱਫੀ ਹੋਵੇ ਜਾਂ ਫਿਰ ਉਹ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਗਏ ਹੋਣ। ਹੁਣ ਉਹਨਾਂ ਨੇ ਉੱਥੇ ਜਾ ਕੇ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਕਿਹਾ। ਉਹਨਾਂ ਨੇ ਕਿਹਾ ਵੀ ਇਮਰਾਨ ਖਾਨ ਮੇਰਾ ਵੱਡਾ ਭਰਾ, ਜਿਸ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ। ਕਿਵੇਂ ਦੇਖ ਰਹੇ ਹੋ, ਭਰਾ ਕਹਿਣ ਦੇ ਵਿੱਚ ਕਿੱਡੀ ਕੁ ਗੁਸਤਾਖੀ ਕਰ ਬੈਠੇ ਨੇ ਤੇ ਕਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਉੱਪਰ ਹਮਲੇ ਹੋਣਗੇ, ਜਿਵੇਂ ਭਾਜਪਾ ਟਾਰਗੇਟ ਕਰ ਰਹੀ ਹੈ ਤੇ ਉਹਨਾਂ ਦੇ ਆਪਣੇ ਕਾਂਗਰਸ ਵੀ ਟਾਰਗੇਟ ਕਰਦੇ ਨਜ਼ਰ ਆ ਰਹੇ ਨੇ। ਕਿਵੇਂ ਦੇਖ ਰਹੇ ਹੋ, ਹਾਲਾਤ ਕਿਸ ਤਰ੍ਹਾਂ ਦੇ ਬਣਨਗੇ ਨਵਜੋਤ ਸਿੰਘ ਸਿੱਧੂ ਦੇ ਲਈ? ਮਾਨ ਸਾਹਿਬ, ਮੈਨੂੰ ਇਹ ਨਹੀਂ ਵੈਸੇ ਸਮਝ ਲੱਗੀ ਕਿ ਕਿਸੇ ਨੂੰ ਭਰਾ ਕਹਿ ਦੇਣਾ ਕਿ ਕਿੱਡਾ ਕੁ ਵੱਡਾ ਗੁਨਾਹ ਹੈ। ਚਲੋ ਆਪਾਂ ਇਸ ਗੱਲ ਨੂੰ ਛੱਡਦੇ ਹਾਂ। ਮੈਂ ਇੱਕ ਡਾਇਲੌਗ ਬੋਲਣ ਲੱਗਾ, ਜਰਾ ਧਿਆਨ ਨਾਲ ਸੁਣਿਓ। ਇਹ ਡਾਇਲੌਗ ਜਿਹੜਾ ਇਹ 70-80 ਦੇ ਮਾਫ ਕਰਤਾ 80-82 ਦੇ ਦਸ਼ਕ ਦਾ ਇੱਕ ਦਹਾਕੇ ਦਾ ਇੱਕ ਡਾਇਲੌਗ ਆ। ਉਹਨਾਂ ਦਿਨਾਂ 'ਚ ਪਾਕਿਸਤਾਨ ਤੋਂ ਇੱਕ ਸ਼ੋਅ ਚੱਲਦਾ ਸੀ ਤਾਂ ਨਿਲਾਮ ਕਰ, ਬੜਾ ਮਸ਼ਹੂਰ ਸ਼ੋਅ ਹੁੰਦਾ ਸੀ। ਤਾਂ ਉਹਦੇ ਜਿਹੜੇ ਐਂਕਰ ਸੀ ਤੁਹਾਡੇ ਵਰਗੇ, ਜਿਸ ਤਰ੍ਹਾਂ ਤੁਸੀਂ ਆਪਣੀ ਸਟੇਜ ਦੇ ਧਨੀ ਜੇ ਮਾਹਿਰ ਜੇ ਆਪਣੇ ਕੰਮ ਦੇ, ਤਾਂ ਉਸੇ ਤਰ੍ਹਾਂ ਤਾਰਕ ਅਜ਼ੀਜ਼ ਉਹ ਸਟੇਜ ਨੂੰ ਐਂਕਰਿੰਗ ਕਰਦਾ ਸੀ। ਉਹ ਤਾਂ ਇੱਕ ਡਾਇਲੌਗ ਹੁੰਦਾ ਸੀ, ਖੁਦਾ ਹੈ ਰੱਬੇ ਜਦੀਦ ਬਾਬਰ ਕਲਾਮ ਕੀ ਜੋ ਦਿਲੋਂ ਕੇ बेहतर जानता है, देखती आंखों सुनते कानों तुझे, तारक अजीज का सलाम पहुंचे आने वालों मेहमानों को खुश आमदी। बड़ा टिपिकल एक डायलॉग ਹੁੰਦਾ ਸੀ ਉਰਦੂ ਦਾ, ਤਾਂ ਦੁਨੀਆ ਬੜੀ ਜੁੜਦੀ ਸੀ। ਤੇ ਮੇਰਾ ਵੀ ਦਿਲ ਕਰਦਾ ਕਿ ਜਦੋਂ ਤੁਸੀਂ ਮੈਨੂੰ ਕਈ ਵਾਰੀ ਇੰਟਰਵਿਊ 'ਚ ਇੰਟਰੋਡਿਊਸ ਕਰਾਉਂਦੇ ਜੇ ਕਿ ਆਪਾਂ ਮੇਰੇ ਸੀਨੀਅਰ ਸਹਿਯੋਗੀ ਜਾਂ ਮੇਰੇ ਇਹੋ ਗੱਲ, ਤਾਂ ਮੇਰਾ ਵੀ ਦਿਲ ਕਰਦਾ ਕਿ ਮੈਂ ਇਹੋ ਬੋਲਾਂ ਕਿ ਇਬਤਦਾ ਹੈ ਰੱਬੇ जदीद बाबर राम की जो दिलों के भेद बेहतर जानता है, देखती आंखों सुनते कानों तुझे मजीदन की सलाम पहुंचे आने वाले। चलो वो तो है ही नहीं, पर कहानी ये है कि अगर इदा का डायलॉग बोल के एक गल नूं पता नहीं जिहड़े देश प्रेमी लोग ने, अखौती देश प्रेमी लोग, वो कह देण कि जिहड़ा साडा विनिंग पंजाब चैनल आ ये भी पाकिस्तान प्रो हो गया। पता नहीं इहो जिहे लोग किस तरीके नाल कह सकते हैं। पर ਜਿਹੜਾ ਪ੍ਰਸ਼ਨ ਬੜਾ ਵਧੀਆ ਤੁਸੀਂ ਸਟਾਰਟਿੰਗ ਤੇ ਜਿਹੜੀ ਅੱਜ ਨਬਜ਼ ਫੜੀ ਆ, ਇਹ ਫੜਨੀ ਵੀ ਚਾਹੀਦੀ ਸੀ ਕਿ ਇੱਕ ਬੰਦਾ ਜੇਕਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਉਹ ਕਿਸੇ ਦੇ ਸੱਦੇ ਤੇ ਨਹੀਂ ਗਿਆ, ਉਹ ਗੁਰੂ ਸਾਹਿਬ ਦੇ ਉਹ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗਿਆ ਕਿ ਜਿੱਥੇ ਬਾਬੇ ਨਾਨਕ ਨੇ 17 ਸਾਲ ਹਲ ਚਲਾਇਆ ਤੇ ਉੱਥੇ ਮੱਥਾ ਟੇਕ ਕੇ ਆਇਆ। ਤੇ ਜੇਕਰ ਉੱਥੇ ਜਾ ਕੇ ਉਹਨੇ ਇੰਨੀ ਗੱਲ ਕਹੀ ਆ ਕਿ ਹਾਂ ਮੇਰਾ ਵੱਡਾ ਭਾ ਇਮਰਾਨ ਨੇ ਇਹ ਗੱਲ ਕੀਤੀ ਹੈ, ਤਾਂ ਇਹਦੇ ਵਿੱਚ ਭਲਾ ਕੀ ਦੋ ਰਾਵਾਂ, ਮਤਲਬ ਇਹਦੇ 'ਚ ਕੀ ਤਕਲੀਫ ਕਿਸੇ ਨੂੰ ਕੀ ਹੋ ਸਕਦੀ? ਹੁਣ ਮੈਂ ਸਿੱਧੇ ਸ਼ਬਦਾਂ 'ਚ ਗੱਲ ਕਰਾਂ ਕਿ ਤੁਸੀਂ ਕੀ ਕੋਈ ਬੰਦਾ ਜਾਂਦਾ ਤੇ ਇੰਨੀ ਗੱਲ ਉੱਥੇ ਕਹਿ ਸਕਦਾ ਕਿ ਇਮਰਾਨ ਖਾਨ ਮੇਰਾ ਦੁਸ਼ਮਣ ਹੈ ਜਾਂ ਇਹ ਹੈ? ਤਾਂ ਉਹਨੇ ਨਵਜੋਤ ਸਿੱਧੂ ਨੇ ਬੜੇ ਬੈਲੈਂਸ ਸ਼ਬਦਾਂ 'ਚ ਗੱਲ ਕੀਤੀ। ਉਹਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ, ਉਹਨਾਂ ਦੀ ਗੱਲ ਤੇ ਇਮਰਾਨ ਖਾਨ। ਬਾਕੀ ਇਹ ਲੋਕਾਂ ਦੀਆਂ ਉਹ ਸੌੜੀਆਂ ਸੋਚਾਂ ਹੁੰਦੀਆਂ ਨੇ ਕਿ ਸਭ ਤੋਂ ਜ਼ਿਆਦਾ ਤਕਲੀਫ ਜਿਹੜੀ ਸੀ ਹਰਜੀਤ ਗਰੇਵਾਲ ਨੂੰ ਹੋਈ। ਹਰਜੀਤ ਗਰੇਵਾਲ ਨੇ ਇੰਨੀ ਗੱਲ ਕਹੀ ਕਿ ਸਾਨੂੰ ਉਥੋਂ ਉਹਨਾਂ ਮਾਨ ਸਤਿਕਾਰ ਨਹੀਂ ਮਿਲਿਆ ਕਿ ਜਿੰਨਾ ਮਾਨ ਸਤਿਕਾਰ ਜਿਹੜਾ ਉੱਥੇ ਨਵਜੋਤ ਸਿੱਧੂ ਨੂੰ ਮਿਲਿਆ।
ਨੰਬਰ 1। ਦੂਜੀ ਜਿਹੜੀ ਤਕਲੀਫ ਸੀ ਉਹ ਜਿਹੜਾ ਸੰਬਤ ਪਾਤਰਾ, ਕਿਉਂਕਿ ਉਹਦਾ ਮੂੰਹ ਰਾਸ਼ਾ ਤੱਕ ਪਾਟਾ, ਉਹਨੂੰ ਕੋਈ ਪਤਾ ਨਹੀਂ ਲੱਗਦਾ, ਉਹਨੇ ਚਲੋ ਉਹਨਾਂ ਦੀ ਵਕੈਬਲਰੀ ਉਹਨੇ ਬੋਲਣਾ, ਪਰ ਇਹਦੇ ਵਿੱਚ ਕੋਈ ਵੀ ਦੋ। ਅੱਛਾ, ਸਭ ਤੋਂ ਤੀਜੀ ਜਿਹੜੀ ਦੁੱਖ ਦੀ ਗੱਲ ਆ, ਮਨੀਸ਼ ਤਿਵਾੜੀ ਵਰਗਾ ਬੰਦਾ ਬੋਲਦਾ ਪਿਆ। ਹੁਣ ਮਨੀਸ਼ ਤਿਵਾੜੀ ਦੀ ਗੱਲ ਆਪਾਂ ਕਰਦੀ ਨਹੀਂ, ਕਿਉਂਕਿ ਉਹਦੀ ਗੱਲ ਜੇ ਕਰੀਏ, ਕਿਉਂਕਿ ਚੈਨਲ ਨੂੰ ਕੋਈ ਚਾਹੀਦਾ ਕਿ ਉਹ ਇਸ ਤਰੀਕੇ ਨਾਲ ਬੋਲਦੇ ਆ ਕਿ ਇੱਕ ਪਲੇਟਫਾਰਮ ਮਿਲ ਜਾਂਦਾ। ਮਨੀਸ਼ ਤਿਵਾੜੀ ਵਰਗੇ ਬੰਦੇ ਨੂੰ ਬਿਨਾਂ ਗੱਲ ਤੋਂ ਹਵਾ ਦੇਣੀ ਤੇ ਉਹ ਨਵਜੋਤ ਸਿੱਧੂ ਤੇ ਕੱਦ ਕੱਟਦਾ ਹੈ। ਜਿਸ ਬੰਦੇ ਨੂੰ ਰਿਸ਼ਤਿਆਂ ਦਾ ਜਾਂ ਉਹਨਾਂ ਚੀਜ਼ਾਂ ਦਾ ਹੀ ਨਹੀਂ ਪਤਾ ਕਿ ਕਿਸ ਤਰੀਕੇ ਨਾਲ ਗੱਲ ਕਰਨੀ ਹੈ, ਹਾਲਾਂਕਿ ਉਹਦਾ ਫਾਦਰ ਸਾਹਿਬ ਜਿਹੜੇ ਡਾਕਟਰ ਵਿਸ਼ਵਨਾਥ ਤਿਵਾੜੀ ਪੰਜਾਬੀ ਦੇ ਬੜੇ ਸਰਵੋਤਮ ਜਿਹੜੇ ਉਹ ਨਾਮੀ ਵਿਦਵਾਨ ਸੀ, ਪਰ ਇਸ ਬੰਦੇ ਨੇ ਤਾਂ ਬੇੜਾ ਹੀ ਗਰਕ ਕਰਤਾ ਪੰਜਾਬ ਤੇ ਪੰਜਾਬੀ ਤੇ ਪੰਜਾਬੀ ਇਹਦਾ। ਚਲੋ ਇੱਕ ਵੱਖਰਾ ਇਸ਼ੂ ਆ ਗੱਲ ਜਿਹੜੀ ਤੁਸੀਂ ਇਹ ਗੱਲ ਕੀਤੀ ਕਿ ਨਵਜੋਤ ਸਿੱਧੂ ਦੇ ਬਿਆਨ ਦੀ। ਹੁਣ ਕੋਈ ਵੀ ਵਿਅਕਤੀ ਕਿਸੇ ਵਿਅਕਤੀ ਵੱਲੋਂ ਕੋਈ ਗੱਲ ਕਰਦਾ ਤੇ ਜਦੋਂ ਕਿਸੇ ਦੂਜੇ ਦੇਸ਼ 'ਚ ਨਾ ਵੀ ਜਾਵੇ, ਉਹਨੇ ਬਾਈ ਦਾ ਇਮਰਾਨ ਖਾਨ ਨੇ ਕਿਹੜਾ ਗੁਨਾਹ ਕਰਤਾ ਕਿ ਉਹਨੇ ਰਸਤਾ ਲਾਂਘਾ ਪਹਿਲਾਂ ਖੋਲਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਅਦ 'ਚ ਖੋਲਿਆ। ਹੁਣ ਜਿੰਨਾ ਕਿਸਾਨ ਅੰਦੋਲਨ ਚੱਲਦਾ ਰਿਹਾ, ਕਿਸਾਨ ਅੰਦੋਲਨ ਦੇ ਵਿੱਚ ਨਰਿੰਦਰ ਮੋਦੀ ਨੂੰ ਜਿੰਨੇ ਲੋਕਾਂ ਨੇ ਗਾਲਾਂ ਕੱਢੀਆਂ, ਮੇਰਾ ਨਹੀਂ ਖਿਆਲ ਕਿ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੂੰ ਕੱਢੀਆਂ ਹੋਣ। ਉਹਦੇ ਸੰਬੰਧੀ ਤਾਂ ਫਿਰ ਇਹ ਕਹਿਣ ਕਿ ਆਪਣੇ ਦੇਸ਼ ਦੇ ਲੋਕ ਜਿਹੜੇ ਆ ਆਪਣੇ ਪ੍ਰਧਾਨ ਮੰਤਰੀ ਨੂੰ ਕਹਿ ਸਕਦੇ ਆ, ਤਾਂ ਫਿਰ ਉਹ ਪ੍ਰਧਾਨ ਮੰਤਰੀ ਜੇਕਰ ਵਾਕਿਆ ਹੀ ਪਾਕਿਸਤਾਨ ਨਾਲ ਦੁਸ਼ਮਣੀ ਪਾਲਦਾ ਤੇ ਫਿਰ ਲਾਂਘਾ ਨਾ ਖੋਲੋ, ਕਰਤਾਰਪੁਰ ਕਾਰੀਡੋਰ ਨਾ ਖੋਲੋ, ਤੇ ਖੋਲੋ 'ਚ ਕੀ ਫਰਕ ਪੈਣਾ। ਕਿਸਾਨਾਂ ਦੇ ਜਿਹੜੇ ਮਸਲੇ ਆ ਉਹ ਨਾ ਹੱਲ ਕਰੋ, ਕਾਲੇ ਕਾਨੂੰਨ ਨਾ ਹੱਲ ਕਰੋ, ਕੇਵਲ ਔਰ ਕੇਵਲ ਇਸ ਗੱਲ ਨੂੰ ਆਧਾਰ ਬਣਾ ਕੇ ਕਿ ਨਵਜੋਤ ਸਿੱਧੂ ਨੂੰ ਉੱਥੋਂ ਪ੍ਰੋਟੋਕੋਲ ਦੇ ਅਨੁਸਾਰ ਵੱਧ ਮਾਨ ਸਤਿਕਾਰ ਮਿਲਿਆ। ਹਰਜੀਤ ਗਰੇਵਾਲ ਦੀ ਡਾਇਲੌਗ ਸੀ ਕਿ ਸਾਨੂੰ ਤਾਂ ਮਾਨ ਸਤਿਕਾਰ ਮਿਲਿਆ ਹੀ ਨਹੀਂ ਜਿੰਨਾ ਉਹਨੂੰ ਮਿਲਿਆ। ਤੇ ਜੇਕਰ ਕੋਈ ਵਿਅਕਤੀ ਨੂੰ ਮਾਨ ਸਤਿਕਾਰ ਪ੍ਰੋਟੋਕੋਲ ਦੇ ਅਨੁਸਾਰ ਮਿਲਦਾ ਤੇ ਇਹ ਘੱਟੋ ਘੱਟ ਉਹਨਾਂ ਲੀਡਰਾਂ ਦੇ ਮੂੰਹ ਤੇ ਬੜੀ ਤਗੜੀ ਚਪੇੜ ਆ ਕਿ ਜਿਹੜੇ ਲੋਕ ਇੱਕ ਸੌੜੀ ਸਿਆਸਤ ਕਰਦੇ ਆ। ਵੱਡੀ ਗੱਲ ਹੈ ਕਿ ਨਵਜੋਤ ਸਿੱਧੂ ਨੇ ਇਹਨਾਂ ਬਿਆਨਾਂ ਤੋਂ ਬਾਅਦ ਕਿਸੇ ਦੇ ਉੱਤੇ ਕਿੰਤੂ ਪਰੰਤੂ ਨਹੀਂ ਕੀਤਾ, ਕਹਿੰਦਾ ਨਹੀਂ, ਮੇਰੀ ਗੱਲ ਹੈ ਕਿ ਵਪਾਰ ਵੀ ਖੁੱਲਣਾ ਚਾਹੀਦਾ, ਉਹ ਵੀ ਹੋਣਾ ਚਾਹੀਦਾ, ਇਹ ਵੀ ਹੋਣਾ ਚਾਹੀਦਾ। ਉਹਨੇ ਤਾਂ ਗੱਲ ਬੈਲੈਂਸ ਕੀਤੀ। ਤੇ ਜਿਹੜੇ ਲੋਕ ਸੰਕੀਰਣ ਸੋਚਣੀਆਂ ਦੇ ਮਾਲਕ ਹੁੰਦੇ ਆ, ਕਿ ਮੈਂ ਆਪਣੇ ਦੋਸਤ ਨਾਲ ਆਪਣੀ ਗੱਲ ਕਰ ਰਿਹਾ ਸਾਡਾ ਇਸ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਕਿ ਕਈ ਵਕਤ ਬੰਦਾ ਕਿਸੇ ਮੂਡ 'ਚ ਹੁੰਦਾ, ਕਿਸੇ ਵਕਤ ਕਿਸੇ ਮੂਡ 'ਚ ਹੁੰਦਾ, ਤਾਂ ਘੱਟੋ ਘੱਟ ਜਦੋਂ ਵੀ ਕੋਈ ਗੱਲਬਾਤ ਡਾਇਲਾਗ ਅਸੀਂ ਕਰਦਾ, ਮਾਹੌਲ ਸਿਖਾਵਾ ਹੋਣਾ ਚਾਹੀਦਾ। ਇਹ ਨਹੀਂ ਹੋਵੇ ਕਿ ਨਵਜੋਤ ਸਿੱਧੂ ਗਿਆ ਤੇ ਅਸੀਂ ਉਹਨੂੰ ਠੋਕਣਾ ਹੀ ਠੋਕਣਾ, ਇਹ ਕਰਤਾ। ਜੇ ਉਹਨੂੰ ਮਾਨ ਸਤਿਕਾਰ ਮਿਲਦਾ ਤਾਂ ਉਹਦੀ ਆਪਣੀ ਕਾਬਲੀਅਤ ਤੇ ਆਪਣੀ ਸ਼ਖਸੀਅਤ ਦੇ ਕਰਕੇ ਮਿਲਦਾ। ਹੁਣ ਜਿਸ ਤਰੀਕੇ ਨਾਲ ਸੰਬਤ ਪਾਤਰਾ ਭਾਰਤੀ ਜਨਤਾ ਪਾਰਟੀ ਨੂੰ ਕਮਰ ਦੇ ਸਾਥ ਜੱਫੀ ਪਾਈ, ਇਹ ਕੀਤਾ, ਹੁਣ ਪਤਾ ਉਹ ਕਹਿੰਦੇ ਜੀ ਜਿਹੜਾ ਇਮਰਾਨ ਖਾਨ ਆ ਉਹ ISI ਦਾ ਹੈਗਾ ਜੀ, ਚੀਫ ਹੈਗਾ ਜੀ, ਉਹਦੇ ਹੱਥ ਹੀ ਕੱਟ ਪੁੱਟਦੀ ਆ। ਬੰਦਾ ਪੁੱਛੇ ਕਿ ਜੇਕਰ ਮਾਫ ਕਰਨਾ, ਅਸੀਂ ਵੀ ਦੇਸ਼ ਪ੍ਰੇਮੀ ਹੈ, ਸਾਡੀ ਵੀ ਗੱਲ ਨੂੰ ਬੰਦਾ ਕੋਈ ਗਲਤ ਅਰਥ ਨਾਲ ਲੈ ਲੇ। ਹੁਣ ਭਾਰਤ ਦੀ ਜਿਹੜੀ ਖੁਫੀਆ ਏਜੰਸੀ ਰਾਹ ਆ, ਉਹਦਾ ਵੀ ਚੀਫ ਜਿਹੜਾ ਨਰਿੰਦਰ ਮੋਦੀ ਹੁਣੀ ਨੇ, ਤਾਂ ਇਹਦਾ ਮਤਲਬ ਕਿ ਜੋ ਨਰਿੰਦਰ ਮੋਦੀ ਨੂੰ ਭਰਾ ਕਹੇਗਾ ਦੂਜੇ ਦੇਸ਼ਾਂ ਵਾਲੇ, ਤਾਂ ਫਿਰ ਕੀ ਉਹ ਦੂਜੇ ਦੇਸ਼ਾਂ 'ਚ ਉਹਨਾਂ ਦੀ ਵਿਤਕਰਾ, ਕਿ ਹਰ ਦੇਸ਼ ਦੀ ਖੁਫੀਆ ਏਜੰਸੀ ਅਲੱਗ ਆ। ਘੱਟ ਤੋਂ ਘੱਟ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜਾ ਸਿਆਸੀ ਰਾਹ ਲੈਣ ਦਾ ਯਤਨ ਜਿਹੜਾ ਨਹੀਂ ਕਰਨਾ ਚਾਹੀਦਾ। ਜਿਸ ਤਰੀਕੇ ਨਾਲ ਭਾਜਪਾ ਨੇ ਅੱਜ ਸਿਆਸੀ ਰਾਹ ਲਿਆ, ਤੇ ਵੱਡੀ ਗੱਲ ਜਿਹੜੀ ਆ, ਤੁਸੀਂ ਇਸ ਪ੍ਰੈਸ ਕਾਨਫਰੰਸ ਨੂੰ ਜੇ ਸੁਣਿਆ ਹੋਵੇ ਤਾਂ ਉਹਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਸ਼ਟਰ ਪ੍ਰੇਮ ਨੂੰ ਬੜੀ ਗੱਲ ਕੀਤੀ ਗਈ ਕਿ ਦੇਖੋ ਪੰਜਾਬ ਕੇ ਸਾਬਕਾ ਮੁੱਖ ਮੰਤਰੀ ਜੋ ਥੇ ਉਹ ਕਹਿ ਰਹੇ ਥੇ, ਤੇ ਉਸ ਮੁੱਖ ਮੰਤਰੀ ਦਾ ਅੱਜ ਪੰਜਾਬੀ ਦੀ ਇੱਕ ਜਿਹੜਾ ਹਿੰਦ ਸਮਾਚਾਰ ਸਮੂਹ ਅਖਬਾਰ ਆ, ਉਹਦੇ ਉੱਤੇ ਫੁੱਲ ਪੇਜ ਦਾ ਇਸ਼ਤਿਹਾਰ ਲੱਗਾ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ। ਤਾਂ ਬੰਦਾ ਪੁੱਛੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਇੰਨੀ ਖੁਸ਼ੀ ਹੋਈ ਆ ਕਿ ਉਹਨਾਂ ਨੇ ਪੂਰਨ ਇੱਕੋ ਅਖਬਾਰ 'ਚ ਜਿਹੜਾ ਇਸ਼ਤਿਹਾਰ ਦਿੱਤਾ, ਤੇ ਜੇ ਵਾਕਈ ਤੁਹਾਨੂੰ ਇੰਨੀ ਖੁਸ਼ੀ ਤੇ ਬਾਕੀ ਅਖਬਾਰਾਂ 'ਚ ਕਿਉਂ ਨਹੀਂ ਦਿੱਤਾ? ਕੁਐਸਚਨ ਤਾਂ ਇੱਥੇ ਵੀ ਰੇਜ਼ ਹੁੰਦਾ ਕਿ ਇਹ ਉਸ ਅਖਬਾਰ 'ਚ ਇਸ਼ਤਿਹਾਰ ਦਿੱਤਾ ਗਿਆ ਜਿਹੜੀ 80 ਦੇ ਦਹਾਕੇ ਦੇ ਵਿੱਚ ਇੱਕ ਅਜਿਹੀ ਭੂਮਿਕਾ ਨਿਭਾਈ ਸੀ ਜਿਹਦਾ 15 ਸਾਲ ਪੂਰਾ ਪੰਜਾਬ ਦੇ ਲੋਕਾਂ ਨੇ ਸੰਤਾਪ ਭੋਗਿਆ। ਤਾਂ ਕਹਿਣ ਦਾ ਅਰਥ ਆ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਹੋਣੀ ਇਹ ਗੱਲਾਂ ਕਰਦੇ ਤੇ ਸੰਬਤ ਪਾਤਰਾ ਉਹਨਾਂ ਨੂੰ ਆਧਾਰ ਬਣਾ ਕੇ ਗੱਲ ਕਹਿ ਰਿਹਾ ਤੇ ਨਵਜੋਤ ਸਿੱਧੂ ਤੇ ਸਵਾਲ ਠਾ ਰਿਹਾ। ਨਵਜੋਤ ਸਿੱਧੂ ਨੂੰ ਇਹਦੇ ਵਿੱਚ ਬੰਦਾ ਪੁੱਛੇ ਕਿ ਕਿਹੜਾ ਗੁਨਾਹ ਕਰਤਾ, ਜਾ ਕੇ ਇੰਨੀ ਗੱਲ ਇਹ ਕਹੀ ਹੈ ਕਿ ਇਮਰਾਨ ਖਾਨ ਮੇਰਾ ਭਰਾ ਤੇ ਉਹਨੇ ਇਹ ਕੰਮ ਜਿਹੜੇ ਕੀਤੇ ਨੇ, ਤੇ ਜੇਕਰ ਉਹਨੇ ਕੰਮ ਕੀਤੇ ਨੇ ਤਾਂ ਉਹਨੇ ਕੇਵਲ ਔਰ ਕੇਵਲ ਆਪਣੇ ਨਿੱਜੀ ਸੰਬੰਧਾਂ ਦੀ ਤੇ ਗੱਲ ਹੀ ਨਹੀਂ ਕੀਤੀ। ਉਹਨੇ ਤਾਂ ਇਹ ਗੱਲ ਕਹੀ ਵਪਾਰ ਖੁੱਲਣਾ ਚਾਹੀਦਾ, ਸਾਰਾ ਕੁਝ ਹੋਣਾ ਚਾਹੀਦਾ। ਤਾਂ ਕਿ ਮਾਨ ਸਾਹਿਬ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਹ ਉਹਨਾਂ ਲੋਕਾਂ ਦੀ ਬੌਧਿਕਤਾ ਦੇ ਪੱਧਰ ਨੂੰ ਦਰਸਾਉਂਦੀਆਂ ਨੇ ਜਿਹੜਾ ਬੌਧਿਕਤਾ ਦਾ ਪੱਧਰ ਕੇਵਲ ਔਰ ਕੇਵਲ ਸਿਆਸੀਕਰਨ ਜਿਹੜਾ ਹੋ ਚੁੱਕਾ। ਕਿਉਂਕਿ ਅਸਲ ਦੇ ਵਿੱਚ ਨਵਜੋਤ ਸਿੱਧੂ ਕਿਸੇ ਨੂੰ ਸਿਖਾਉਂਦਾ ਹੀ ਨਹੀਂ।
ਬੇਸਲੈਸ ਜਿਹੜੀਆਂ ਗੱਲਾਂ ਸੀ ਤੇ ਮੇਰਾ ਉਸ ਵਕਤ ਦਿਲ ਕਰਨ ਦੇ, ਮੇਰਾ ਇੱਕ ਦੋਸਤ ਲਾ ਕੇ ਬੈਠਾ ਜਦੋਂ ਦੀ ਸੰਬਤ ਪਾਤਰਾ ਦੀ ਪ੍ਰੈਸ ਕਾਨਫਰੰਸ ਚੱਲੀ, ਕਹਿੰਦਾ ਦਿਲ ਕਰਦਾ ਕਿ ਯਾਰ ਇਹਦੇ ਸਿਰ ਤੇ ਨਾ ਮਤਲਬ ਝਾੜੇ ਜਾਣ, ਪੰਜਾਬੀ ਦੇ ਵਿੱਚ ਅੱਗੇ ਨਹੀਂ ਮੈਂ ਬੋਲਣਾ ਚਾਹੁੰਦਾ ਕੀ है। उस तो बाद ਵੱਡਾ फिर मनीष तिवाड़ी ਦਾ आ गया कि पुंछ में जो हमारे सैनिक शहीद हुए, बिल्कुल जी सैनिਕਾਂ ਦੇ ਨਾਲ ਹਮਦਰਦੀ ਹੈ ਪੂਰੀ, ਪਰ ਮਿੱਤਰ ਪਿਆਰੋ ਅੱਜ ਦੇ ਸੰਦਰਭ ਦੇ ਵਿੱਚ ਉਹ ਬੰਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗਿਆ, ਤੇ ਜੇ ਦਰਸ਼ਨ ਕਰਨ ਗਿਆ ਤਾਂ ਘੱਟੋ ਘੱਟ ਉਹਦੀ ਯਾਤਰਾ ਤੇ ਗੱਲ ਕਰ ਲਓ। ਉਹਦੀ ਮਨੀਸ਼ ਮਤਲਬ ਛੱਜ ਤੇ ਬੋਲੇ, ਛਾਨਣੀ ਕੋ ਬੋਲੇ, ਉਹ ਛਾਨਣੀ ਮਨੀਸ਼ ਤਿਵਾੜੀ ਤਾਂ ਬੋਲਦਾ ਕਿਉਂਕਿ ਉਹਨੂੰ ਲੱਗਦਾ ਸੀ ਕਿ ਕਿਸੇ ਸਮੇਂ ਸ਼ਾਇਦ ਹਿੰਦੂ ਦਾ ਖੇਡਿਆ ਜਾਵੇ ਤੇ ਮੇਰਾ ਕੋਈ ਦਾ ਲੱਗ ਜੇ, ਪਰ ਉਹ ਦਾ ਲੱਗਾ ਨਹੀਂ। ਜੀਵਨ ਦੇ ਵਿੱਚ ਜਿਹੜਾ ਬੁੱਕਲਦੇ ਸੱਪ ਹੁੰਦੇ ਉਹ ਮਨੀਸ਼ ਤਿਵਾੜੀ ਵਰਗੇ ਬੰਦੇ ਹੁੰਦੇ ਆ। ਸ਼ਾਇਦ ਇਹ ਪ੍ਰੋਗਰਾਮ ਮੈਨੂੰ ਅਲਾਉ ਨਹੀਂ ਕਰਦਾ ਕਿ ਮੈਂ ਇਹੋ ਜਿਹੇ ਪੱਤਰੇ ਖੋਲਾਂ ਜਿਹੜੇ ਪੱਤਰੇ ਖੋਲੇ ਜਾ ਸਕਦੇ ਆ। ਤਾਂ ਜੇਕਰ ਫਿਰ ਵੀ ਲੋਕਾਂ ਨੇ, ਦਰਸ਼ਕਾਂ ਨੇ ਇਸ ਗੱਲ ਨੂੰ ਵੇਖਣਾ ਹੀ ਹੋਵੇ ਕਿ ਮਨੀਸ਼ ਤਿਵਾੜੀ ਦੀ ਬੀਤੇ ਸਮੇਂ ਦੇ ਵਿੱਚ ਕੀ ਭੂਮਿਕਾ ਰਹੀ ਆ, ਤਾਂ ਇੱਕ ਬਿਕਰਮਜੀਤ ਸਿੰਘ ਮਜੀਠੀਆ ਦਾ ਜਿਹੜਾ ਹਰਮਿੰਦਰ ਸਿੰਘ ਗਿੱਲ ਦੇ ਸੰਬੰਧੀ ਇੱਕ ਬਿਆਨ ਸੀ ਡਾਕਟਰ ਵਿਸ਼ਵਨਾਥ ਸੰਦਰਭ ਦੇ ਵਿੱਚ, ਉਹ ਬਿਆਨ ਇੱਕ ਵਾਰੀ ਵੇਖ ਲੈਣਾ ਚਾਹੀਦਾ ਕਿ ਕੀ ਬਿਆਨ ਉਹਨੇ ਦਿੱਤਾ ਸੀ, ਤੇ ਸਾਰੀ ਗੱਲ ਸਥਿਤੀ ਹੋ ਜੂਗੀ। ਘੱਟ ਤੋਂ ਘੱਟ ਮਨੀਸ਼ ਤਿਵਾੜੀ ਨੂੰ ਇਹੋ ਜਿਹਾ ਬਿਆਨ ਜਿਹੜਾ ਸੋਚ ਸਮਝ ਕੇ ਦੇਣਾ ਚਾਹੀਦਾ ਸੀ। ਦੂਸਰੀ ਗੱਲ ਇੱਕ ਮੈਂ ਹੋਰ ਗੱਲ ਕਰਾਂ, ਮੇਰਾ ਅਜੇ ਪ੍ਰਸ਼ਨ, ਤੁਹਾਡੇ ਪ੍ਰਸ਼ਨ ਦਾ ਜਵਾਬ ਖਤਮ ਨਹੀਂ ਹੋਇਆ ਕਿ ਉਹ ਤਾਂ ਹੋ ਗਿਆ। ਨਵਜੋਤ ਸਿੱਧੂ ਨੇ ਇੰਨੀ ਗੱਲ ਕਹਿਤੀ ਕਿ ਜਿਹੜਾ ਆਪਣੇ ਨਵਜੋਤ ਸਿੰਘ ਸਿੱਧੂ ਆ ਉਹ ਬਹੁਤ ਨੇ ਘਟੀਆ ਗੱਲ ਕੀਤੀ, ਇਮਰਾਨ ਖਾਨ ਨੂੰ ਭਰਾ ਕਹਿ ਦਿੱਤਾ। ਤੇ ਦੂਜੇ ਪਾਸੇ ਸੰਬਤ ਪਾਤਰਾ ਨੂੰ ਬੰਦਾ ਪੁੱਛਣ, ਭਾਰਤੀ ਜਨਤਾ ਪਾਰਟੀ ਨੂੰ ਬੰਦਾ ਪੁੱਛਣ ਵਾਲਾ ਹੋਵੇ ਕਿ ਉਹ ਜਿਹੜੀ ਕੰਗਨਾ ਰਣੌਤ ਆ ਜਿਹੜੀ ਰੋਜ਼ ਬਹੁਤ ਜ਼ਿਆਦਾ ਬੋਲਦੀ ਹੈ, ਮੇਰੇ ਮੂੰਹ 'ਚ ਕੁਝ ਹੋਰ ਸ਼ਬਦ ਲੱਗੇ ਸੀ ਨਿਕਲਣ ਕਿ ਜਿਹਨੇ ਕਿਸੇ ਨੂੰ ਬਖਸ਼ਿਆ ਨਹੀਂ, ਮਹਾਤਮਾ ਗਾਂਧੀ, ਭਗਤ ਸਿੰਘ, ਕਿਸੇ ਨੂੰ ਬਖਸ਼ਿਆ ਤੱਕ ਨਹੀਂ ਹੈ, ਉਹਨੂੰ ਤੁਸੀਂ ਪਦਮ ਸ਼੍ਰੀ ਦੇਣ ਦੇ ਜੇ। ਉਹ ਕਿੱਡੀ ਕੁ ਤਕੜੀ ਰਾਸ਼ਟਰ ਭਗਤ ਆ। ਕੀ ਰਾਸ਼ਟਰ ਭਗਤ ਜਾਂ ਦੇਸ਼ ਪ੍ਰੇਮੀ ਹੋਣ ਦਾ ਪ੍ਰਮਾਣ ਕੇਵਲ ਇਹ ਆ ਕਿ ਤੁਸੀਂ ਭਾਜਪਾ ਦੀ ਬੋਲੀ ਬੋਲੋ, ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲੋ, ਹਰਜੀਤ ਗਰੇਵਾਲ ਵਰਗੇ ਨਕੰਬੇ ਬੰਦੇ ਦੀ ਬੋਲੀ ਬੋਲੋ? ਕਿ ਕੰਗਨਾ ਰਣੌਤ ਠੀਕ ਕਰ ਰਹੀ ਜਿਹੜੀ ਮਹਾਤਮਾ ਗਾਂਧੀ ਨੂੰ ਵੀ ਕਹਿੰਦੀ ਕਿ ਭੀਖ ਚ ਮਿਲੀ ਆਜ਼ਾਦੀ ਹੈ, ਭਗਤ ਸਿੰਘ ਵਰਗੇ ਬੰਦੇ ਨੂੰ, ਜਾਂ ਉਹ ਜਿਹੜਾ ਉੱਥੇ ਸਰਦਾਰ ਪਟੇਲ ਦਾ ਬੁੱਤ ਲਾਇਆ ਉਹਨੂੰ ਵੀ ਲਾ ਕੇ ਥੱਲੇ ਸੁੱਟੋ, ਫਿਰ ਹੋ ਸਕਦਾ। ਤਾਂ ਭਾਰਤੀ ਜਨਤਾ ਪਾਰਟੀ ਨੂੰ ਕੁਝ ਵੀ ਇਹੋ ਜਿਹੀਆਂ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਕਿ ਤੁਹਾਡੇ ਇਹਨਾਂ ਬਿਆਨਾਂ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਨਾਲ ਖਲਵਾੜ ਹੁੰਦੀ ਹੈ। ਜੇ ਕਿਸੇ ਨੂੰ ਇੱਕ ਮਿੰਟ ਕੋਈ ਦੁਸ਼ਮਣ ਵੀ ਹੋਵੇ, ਕਿਸੇ ਦੁਸ਼ਮਣ ਦੇਸ਼ ਵੀ ਜਾਂਦਾ, ਮੰਨ ਲਓ ਕਿ 100% ਠੀਕ ਹੈ ਜੀ ਪਾਕਿਸਤਾਨ ਕਰਾ ਹੀ ਰਿਹਾ, ਪਰ ਫਿਰ ਉੱਥੇ ਜਾ ਕੇ ਕੀ ਇਮਰਾਨ ਖਾਨ ਫਿਰ ਨਹੀਂ ਗਾ ਮਾਫ ਕਰਨਾ ਨਵਜੋਤ ਸਿੰਘ ਸਿੱਧੂ ਤੇ ਅੱਜ ਗਿਆ ਹਰਜੀਤ ਸਿੰਘ ਗਰੇਵਾਲ ਕੱਲ ਕਹਿ ਦਿੰਦਾ, ਅਸ਼ਵਨੀ ਸ਼ਰਮਾ ਕਹਿ ਦਿੰਦਾ ਕਿ ਅਸੀਂ ਨਹੀਂ ਪਾਕਿਸਤਾਨ ਦੀ ਧਰਤੀ ਤੇ ਆਉਣਾ, ਇੱਥੇ ਤਾਂ ਇਮਰਾਨ ਖਾਨ ਦੇ ਬੰਦੇ ISI ਦੇ ਬੰਦੇ ਨੇ। ਕਹਿਣ ਦਾ ਅਰਥ ਕਿ ਉਹ ਮਾਨ ਸਤਿਕਾਰ ਉੱਥੇ ਨਹੀਂ ਮਿਲਿਆ ਇਸ ਟੀਮ ਨੂੰ ਜਿਹੜਾ ਅੱਜ ਉੱਥੇ ਨਵਜੋਤ ਸਿੱਧੂ ਨੂੰ ਮਿਲਿਆ। ਤੇ ਇਹ ਬੰਦਿਆਂ ਦੀ ਅੰਦਰ ਦੀ ਜੈਲਸ ਦੀ ਭਾਵਨਾ, ਸਾੜੇ ਦੀ ਭਾਵਨਾ ਆ ਜਿਹੜੀ ਉਹ ਸਭ ਨੇ ਵਿਅਕਤ ਹੋਈ ਆ। ਬਾਕੀ ਠੀਕ ਆ, ਅਗਲੇ ਬੰਦੇ ਦੇ ਸਬੰਧ ਨੇ। ਅਗਲੇ ਸਭ ਤੋਂ ਵੱਡਾ ਅੱਜ ਜਿਹੜਾ ਨਵਜੋਤ ਸਿੱਧੂ ਦਾ ਰੋਲ ਸੀ, ਭੂਮਿਕਾ ਹੀ, ਉਹਨੇ ਇੱਕ ਸਿਆਸਤ ਗੰਭੀਰ ਸਿਆਸਤ, ਕਹਿੰਦਾ ਨਹੀਂ ਕੋਈ ਗੱਲ ਨਹੀਂ, ਅਗਲਿਆਂ ਦਾ ਕਹਿਣਾ ਹੱਕ ਹੈ, ਜੋ ਕਹੀ ਜਾਣ, ਆਪਾਂ ਆਪਣੀ ਗੱਲ ਕਰਦੀ ਹਾਂ। ਵਪਾਰ ਖੁੱਲਣਾ ਚਾਹੀਦਾ, ਹੁਣ ਇੱਥੋਂ ਤੱਕ ਗੱਲ ਕੀ ਜੀ ਮਾਨ ਸਾਹਿਬ। ਤਾਂ ਬਿਲਕੁਲ ਸਰ, ਇਹ ਤਾਂ ਚਲੋ ਹੈਗੀ ਸੀ ਸੁਖਬੀਰ ਬਾਦਲ ਨੂੰ ਵੈਸੇ, ਕਿਉਂਕਿ ਕੋਈ ਵੀ ਜੇਕਰ ਇੱਕ ਪਾਰਟੀ ਜਾਂ ਇੱਕ ਕੋਈ ਵੱਡਾ ਨੇਤਾ ਕੋਈ ਕੰਮ ਕਰਦਾ ਤਾਂ ਦੂਸਰੀ ਵਿਰੋਧੀ ਪਾਰਟੀ ਜਾਂ ਉਹਦੇ ਥੱਲੜੇ ਵਾਲੇ ਜੋ ਮੰਤਰੀ ਹੁੰਦੇ ਨੇ ਜਾਂ ਆਗੂ ਹੁੰਦੇ ਨੇ ਉਹ ਘੇਰਨ ਦੀ ਕੋਸ਼ਿਸ਼ ਕਰਦੇ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ। ਸੋ ਆਪਾਂ ਦੂਸਰੀ ਖਬਰ ਵੱਲ ਚੱਲੀਏ, ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਦੀ। ਸੁਖਬੀਰ ਸਿੰਘ ਬਾਦਲ ਨੇ ਜਿਨ੍ਹਾਂ ਨੇ ਕਿ ਭਾਜਪਾ ਦੇ ਨਾਲ ਗੱਠਜੋੜ ਨੂੰ ਸਿਰੇ ਤੋਂ ਨਕਾਰਦੇ ਹੋਏ ਗੱਲ ਕਹੀ ਹੈ ਕਿ ਜਿਸ ਪਾਰਟੀ ਦੇ ਨਾਲ, ਜਿਸ ਦੇਸ਼ ਦੇ ਵੱਡੇ ਅਹੁਦੇ ਦੀ ਜਾਂ PM ਮੋਦੀ ਦੀ ਗੱਲ ਕਰੀਏ, ਜਿਸ ਜਾਂ ਕੇਂਦਰ ਦੀ ਜੋ ਸ਼ਾਸਤ ਹੈਗੀ, ਕੇਂਦਰ ਦੇ ਵਿੱਚ ਸਰਕਾਰ ਹੈ, ਉਹਦੇ ਨਾਲ ਸਾਡਾ ਗੱਠਜੋੜ ਨਹੀਂ ਹੁੰਦਾ, ਕਿਉਂਕਿ ਉਸ ਸਰਕਾਰ ਦੇ ਕਾਰਨ, ਉਸ ਪਾਰਟੀ ਦੇ ਕਾਰਨ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ। ਤਕਰੀਬਨ 700 ਕਿਸਾਨਾਂ ਨੂੰ ਕਹਿੰਦਾ ਵੀ ਉਹ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਕਿਉਂ? ਇਹ ਸਿਰਫ ਇਸ ਸਰਕਾਰ ਦੇ ਕਾਰਨ, ਇਸ ਪਾਰਟੀ ਦੇ ਨਾਲ, ਜਿਸ ਪਾਰਟੀ ਨੇ ਪੰਜਾਬ ਦਾ ਇੰਨਾ ਜ਼ਿਆਦਾ ਨੁਕਸਾਨ ਕੀਤਾ ਹੋਵੇ, ਮੈਂ ਕਦੇ ਵੀ ਫਿਰ ਤੋਂ ਉਸ ਪਾਰਟੀ ਦੇ ਨਾਲ ਗੱਠਜੋੜ ਨਹੀਂ ਕਰਾਂਗਾ। ਕਿਵੇਂ ਦੇਖ ਰਹੇ ਹੋ ਕਿ ਭਾਜਪਾ ਕਦੇ ਵੀ ਕੋਸ਼ਿਸ਼ ਕਰੇਗੀ ਅਕਾਲੀ ਦਲ ਨਾਲ ਮਿਲਣ ਦੀ, ਕਿਉਂਕਿ ਅਕਾਲੀ ਦਲ ਨੇ ਤਾਂ ਬਿਲਕੁਲ ਡਿਨਾਈ ਕਰ ਦਿੱਤਾ ਵੀ ਅਸੀਂ ਭਾਜਪਾ ਦੇ ਨਾਲ ਨਹੀਂ ਜਾਵਾਂਗੇ, ਸਾਡਾ ਗੱਠਜੋੜ ਨਹੀਂ ਹੋਵੇਗਾ। ਕਿਵੇਂ ਦੇਖ ਰਹੇ ਹੋ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ? ਦੇਖੋ ਮਾਨ ਸਾਹਿਬ, ਭਾਜਪਾ ਕੋਲ ਇਸ ਵੇਲੇ ਇੱਕ ਸਿੱਖ ਲੀਡਰ ਜਿਹੜਾ ਉਹ ਆ ਚੁੱਕਾ, ਤੇ ਉਹ ਸਿੱਖ ਲੀਡਰ ਇਹੋ ਜਿਹਾ ਕਿ ਜਿਹੜਾ ਕਹਿੰਦਾ ਕਿ ਮੈਂ ਪੰਜਾਬ ਦੀ ਕਿਸਮਤ, ਪੰਜਾਬ ਦੇ ਲੋਕਾਂ ਦੀ ਜਿਹੜੀ ਕਿਸਮਤ ਬਦਲ ਕੇ ਰੱਖ ਦੇਣੀ ਹੈ, ਉਹ ਲੀਡਰ ਹੈਗਾ ਕੈਪਟਨ ਅਮਰਿੰਦਰ ਸਿੰਘ। ਤਾਂ ਇਸ ਵਕਤ ਭਾਜਪਾ ਵੀ ਚਾਹੁੰਦੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਖੇੜਾ ਛੁੱਟ ਜਾਏ। ਅਸੀਂ ਰਾਤ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਗਈ ਹੈ, ਉਹਨੇ ਛੋਟੀਆਂ ਜਿਨ੍ਹਾਂ ਨਾਲ ਸਮਝੌਤਾ ਉਹ ਸਾਰੀਆਂ ਪਾਰਟੀਆਂ ਉਹਨੇ ਅਜ਼ਰ ਵਾਂਗੂ ਨਿਕਲ ਲਈਆਂ, ਉਹਨੇ ਉੱਠਣ ਨਹੀਂ ਕਿਸੇ ਪਾਰਟੀ ਨੂੰ ਦਿੱਤਾ। ਹੁਣ ਜਿਹੜੀ ਪ੍ਰਸ਼ਨ ਜਿਹੜਾ ਤੁਸੀਂ ਗੱਲ ਕੀਤੀ ਕਿ ਸੁਖਬੀਰ ਸਿੰਘ ਬਾਦਲ ਨੇ ਇੰਨੀ ਗੱਲ ਕਹੀ ਕਿ ਮੇਰਾ ਸਮਝੌਤਾ ਕਿ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਹੋਊਗਾ। ਦੇਖੋ
ਜਿਹੜੇ ਦਾਮਨ ਤੇ ਲੱਗੇ ਦਾਗ ਹੁੰਦੇ ਨਾ ਆਪਣੇ ਮਾਨ ਸਾਹਿਬ, ਉਹ ਇੰਨੀ ਜਲਦੀ ਧੁੱਪਦੇ ਨਹੀਂ ਹੁੰਦੇ। ਜੋ ਤੁਸੀਂ ਮਰਜ਼ੀ ਕਰ ਲਓ, ਸਭ ਤੋਂ ਵੱਡਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਦਾ ਲੱਗਾ। ਉਹਦੇ ਵੱਲੋਂ ਆਪਣੇ ਸੁਖਬੀਰ ਸਿੰਘ ਬਾਦਲ ਹਰ ਸਟੇਜ ਤੇ ਜਾਂਦਾ ਤੇ ਇੰਨੀ ਗੱਲ ਕਹਿੰਦਾ ਕਿ ਸਾਡੇ ਕੋਲ ਜੋ ਭੁੱਲ ਚੁੱਕ ਜਾਂਦੀ ਸਾਡੇ ਰਾਜਕਾਲ 'ਚ ਬੇਅਦਬੀਆਂ ਦਾ ਮੁੱਦਾ, ਸਾਨੂੰ ਉਹਦੇ ਵਾਸਤੇ ਮਾਫੀ ਦੇ ਦਿਓ, ਪਰ ਸ਼੍ਰੋਮਣੀ ਅਕਾਲੀ ਦਲ ਤੇ SGPC ਨੂੰ ਸਜ਼ਾ ਨਾ ਦਿਓ। ਇੱਥੇ ਪਹਿਲੀ ਗਲਤੀ ਬਣਦਾ। ਚਲੋ ਮੰਨ ਲਓ ਕਿ ਪੰਜਾਬ ਦੇ ਲੋਕ ਇਹ ਕਹਿੰਦੇ ਕਿ ਚਲੋ ਠੀਕ ਆ ਜੀ, ਤੈਨੂੰ ਹੀ ਸਜ਼ਾ ਦੇਣੇ, ਤੂੰ ਪ੍ਰਧਾਨਗੀ ਪਦ ਤੋਂ ਅਸਤੀਫਾ ਦੇ ਦੇ। ਸ਼੍ਰੋਮਣੀ ਅਕਾਲੀ ਦਲ ਪਾਰਟੀ ਤੇਰੇ ਭਾਪੇ ਦੀ ਪਾਰਟੀ ਤਾਂ ਨਹੀਂ, ਉਹ ਲੋਕਾਂ ਦੀ ਪਾਰਟੀ ਆ, ਪੰਜਾਬ ਦੇ ਪੰਥਕ ਹਿੱਤਾਂ ਦੀ ਸੋਚਣ ਵਾਲੀ ਪਾਰਟੀ। ਤੇ ਜੇ ਵਾਕਿਆ ਤੁਸੀਂ ਇਹ ਗੱਲ ਸਮਝਦੇ ਜੇ ਕਿ ਤੁਹਾਡੇ ਰਾਜਕਾਲ ਦੇ ਵਿੱਚ ਬੇਅਦਬੀਆਂ ਦਾ ਇੱਕ ਗੁਨਾਹ ਕਾਂਡ ਵਾਪਰਿਆ, ਤਾਂ ਤੁਸੀਂ ਜ਼ਿੰਮੇਵਾਰੀ ਸਮਝਦੇ ਪਏ ਜੇ, ਤੇ ਤੁਸੀਂ ਚਾਹੁੰਦੇ ਜੇ ਕਿ ਸ਼੍ਰੋਮਣੀ ਅਕਾਲੀ ਦਲ ਤੇ SGPC ਨੂੰ ਸਜ਼ਾ ਨਾ ਦਿੱਤੀ ਜਾਵੇ, ਤੁਸੀਂ ਅਸਤੀਫਾ ਦੇ ਕੇ ਸਾਈਡ ਤੇ ਹੋ ਜਾਓ। ਪੰਜਾਬ ਦੇ ਲੋਕ ਆਪੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਮਾਨ ਦੇ ਦੇਣਗੇ। ਦੂਜਾ, ਹੁਣ ਤੁਹਾਡਾ ਸਵਾਲ ਦਾ ਜਵਾਬ ਕਿ ਅਸੀਂ ਕਹਿੰਦੇ ਕਿ ਅਸੀਂ ਉਸ ਪਾਰਟੀ ਦਾ ਸਮਝੌਤਾ ਨਹੀਂ ਕਰਦਾ ਜਿਹਨੇ 700 ਕਿਸਾਨ ਸ਼ਹੀਦ ਕਰਾਇਆ, ਇਸ ਤਰ੍ਹਾਂ ਹੋਇਆ, ਏਦਾਂ ਹੋਇਆ। ਤੇ ਬਾਦਲ ਸਾਹਿਬ, ਜਿਸ ਦਿਨ ਇਹਨਾਂ ਕਾਲੇ ਕਾਨੂੰਨਾਂ ਦੇ ਸਾਈਨ ਹੋਏ ਸੀ, ਦਸਤਖਤ ਕੀਤੇ ਸੀ, ਉਦੋਂ ਤੁਸੀਂ ਉਸ ਪਾਰਟੀ ਦਾ ਹਿੱਸਾ ਸੀ। ਚਲੋ ਤੁਸੀਂ ਕਹਿੰਦੇ ਅਸੀਂ ਸਾਈਨ ਨਹੀਂ ਕੀਤੇ, ਉਹ ਵੀ ਗੱਲ ਸਹਿਮਤ ਹੈ, ਮੰਨ ਲਈ ਗੱਲ। ਨਰਿੰਦਰ ਤੋਮਰ ਤੇ ਜਿਹੜੀ ਪ੍ਰੈਸ ਕਾਨਫਰੰਸ ਚੰਡੀਗੜ੍ਹ 'ਚ ਕਰਾਈ, ਇਹਨਾਂ 3 ਕਾਲੇ ਕਾਨੂੰਨਾਂ ਦੇ ਹੱਕ ਦੇ ਵਿੱਚ ਕਿੰਨੇ ਕਰਾਈ? ਤੁਸੀਂ ਕਰਾਈ। ਉਹਦੇ ਸੰਬੰਧੀ ਕਿਹੜੀ ਮਾਫੀ ਮੰਗੋਗੇ? ਚਲੋ ਉਹ ਵੀ ਮੰਨ ਲਿਆ ਕਿ ਤੁਸੀਂ ਤੁਹਾਡੇ ਕੋਲ ਹੋ ਗਈ। ਤੇ ਜਦੋਂ ਫਿਰ ਵੱਡੇ ਬਾਪੂ ਪ੍ਰਕਾਸ਼ ਸਿੰਘ ਬਾਦਲ ਕੋਲ ਤੁਸੀਂ ਸਪੈਸ਼ਲ ਉਹਨਾਂ ਕਾਲੇ ਕਾਨੂੰਨਾਂ ਦੇ ਹੱਕ ਦੇ ਵਿੱਚ ਬਿਆਨ ਦਵਾਇਆ, ਫਿਰ ਉਹਦੀ ਮਾਫੀ ਕੌਣ ਮੰਗੂਗਾ? ਪ੍ਰਸ਼ਨ ਤੇ ਇਹ ਆ, ਤੁਸੀਂ ਜਿਹੜੇ ਗੁਨਾਹ ਕੀਤੇ ਆ, ਗੁਨਾਹ ਦੇ ਦਾਗ ਜਿਹੜੇ ਤੁਹਾਡੇ ਦਾਗਾਂ ਤੇ ਜਿਹੜੇ ਲੱਗੇ ਆ, ਮਾਨ ਸਾਹਿਬ, ਕੋਈ ਵੀ ਬੰਦਾ ਕਰੇ ਗੁਨਾਹ, ਉਹ ਏਡੀ ਜਲਦੀ ਧੁੱਪਦੇ ਨੂੰ ਮਾਫੀਆਂ ਮੰਗਣ। ਅਣਜਾਣੇ ਵਿੱਚ ਕੀਤੀ ਗਈ ਜਿਹੜੀ ਭੁੱਲ ਹੁੰਦੀ ਹੈ ਉਹਦੀ ਮਾਫੀ ਹੁੰਦੀ ਆ, ਉਹ ਗਲਤੀ ਹੁੰਦੀ। ਤੇ ਜਿਹੜਾ ਬੰਦਾ ਜਾਣ ਬੁੱਝ ਕੇ ਕਰਦਾ, ਉਹ ਗਲਤੀ ਨਹੀਂ, ਉਹ ਪਾਪ ਹੁੰਦਾ। ਤੇ ਇਹਨਾਂ ਨੇ 2 ਪਾਪ ਸੁਖਬੀਰ ਸਿੰਘ ਬਾਦਲ ਨੇ ਕੀਤੇ ਆ। ਇੱਕ ਬੇਅਦਬੀਆਂ ਦੇ ਕਾਂਡ ਦੇ ਵਿੱਚ ਕਿ ਉਹ ਜਿਹੜੇ 2 ਭਰਾ ਸੀ, ਜਦੋਂ ਸਹੋਤਾ ਕੋ ਉਹਨਾਂ ਨੂੰ ਕਲੀਨ ਚਿੱਟ ਮਤਲਬ ਇਨਵੋਲਵ ਕਰਵਾਇਆ ਗਿਆ ਤੇ ਆਪਣੇ ਆਪ ਨੂੰ ਕਲੀਨ ਚਿੱਟ ਲਈ। ਤੇ ਦੂਜਾ, ਇਹ ਕਿਸਾਨੀ ਅੰਦੋਲਨ ਦੇ ਸੰਦਰਭ 'ਚ ਸਟਾਰਟ ਦੇ ਵਿੱਚ ਸਭ ਤੋਂ ਜ਼ਿਆਦਾ ਤਕਲੀਫ ਜਿਹੜੀ ਸੀ ਕਿਸਾਨਾਂ ਦੇ ਸੰਘਰਸ਼ ਦੀ, ਸ਼੍ਰੋਮਣੀ ਅਕਾਲੀ ਦਲ ਨੂੰ ਹੋਈ, ਜਿਹਦਾ ਮੁਖੀ ਕੌਣ ਸੀ? ਸੁਖਬੀਰ ਸਿੰਘ ਬਾਦਲ। ਤੇ ਸੋ ਇਸ ਕਹਿਣ ਦਾ ਮਤਲਬ, ਹੁਣ ਤੁਸੀਂ ਇੰਨੀ ਗੱਲ ਜੋ ਮਰਜ਼ੀ ਕਹਿ ਲਓ ਕਿ ਅਸੀਂ ਆਪਾਂ ਭਾਜਪਾ ਦਾ ਨਾਲ ਸਮਝੌਤਾ ਜਿਹੜਾ ਉਹ ਨਹੀਂ ਕਰਦਾ, ਅਸੀਂ ਬਸਪਾ ਦਾ ਨਾਲ ਸਮਝੌਤਾ ਕਰਨਾ, ਇਹਨਾਂ ਨਾਲ ਰਹੇਗਾ ਉਹ ਪਾਰਟੀ। ਤੁਹਾਡੀਆਂ ਇਹਨਾਂ ਗੱਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਨਹੀਂ ਜੇ ਆਉਣਾ, ਖਾਸ ਤੌਰ ਤੇ ਬਾਦਲ ਪਰਿਵਾਰ ਦੇ ਕਿਸੇ ਵੀ ਵਿਅਕਤੀ ਦੇ ਸੰਦਰਭ ਦੇ ਵਿੱਚ ਜੋ ਮਰਜ਼ੀ ਪਖੰਡ ਕਰ ਲੈਣ। ਬੀਬੀ ਜੀ ਨੇ, ਹਰਸਿਮਰਤ ਕੌਰ ਬਾਦਲ ਹੋਣੀ ਹੈ, ਬਹੁਤ ਵੱਡੀ ਕੁਰਬਾਨੀ ਦਿੱਤੀ ਸੀ ਇਹਨਾਂ ਨੇ, ਜਦੋਂ ਇਹਨਾਂ ਨੇ ਕੈਬਨਿਟ ਮੰਤਰੀ ਤੋਂ ਅਸਤੀਫਾ ਦਿੱਤਾ। ਅਸਤੀਫਾ ਇਹਨਾਂ ਦਿੱਤਾ ਨਹੀਂ, ਪੰਜਾਬ ਦੇ ਲੋਕਾਂ ਨੇ ਲਿਆ ਸੀ। ਤਾਂ ਸੋ ਕਹਿਣ ਦਾ ਅਰਥ ਆ, ਸੁਖਬੀਰ ਸਿੰਘ ਬਾਦਲ ਦੇ ਇਹ ਬਿਆਨ ਕੇਵਲ ਔਰ ਕੇਵਲ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਕਰਨ ਵਾਲੇ ਆ ਕਿ ਅਸੀਂ ਅੱਜ ਦੀ ਤਰੀਕ ਤੇ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ, ਇਹ ਕਰ ਸਕਦੇ ਹਾਂ, ਉਹ ਕਰ ਸਕਦੇ ਹਾਂ। ਪਰ ਨਾ ਤਾਂ ਭਾਰਤੀ ਜਨਤਾ ਪਾਰਟੀ ਦੇ ਹੁਣ ਇਹਨਾਂ ਨੂੰ ਲੈਣਾ, ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਨਾ, ਕਿਉਂਕਿ ਭਾਰਤੀ ਜਨਤਾ ਪਾਰਟੀ ਇਸ ਵੇਲੇ ਆਪਣੇ ਪੂਰਨ ਤੌਰ ਤੇ ਆਪਣੇ ਪਰ ਉਹਨੇ ਤੋਲਣੇ ਆ, ਪੰਜਾਬ ਦੇ ਵਿੱਚ ਉਹਨੇ ਆਪਣੀ ਸਥਿਤੀ ਵੇਖਣੀ ਆ। ਤੇ ਸ਼੍ਰੋਮਣੀ ਅਕਾਲੀ ਦਲ ਦੀ ਮਾਨ ਸਾਹਿਬ ਸਥਿਤੀ ਇਹ ਆ ਕਿ 85 ਦੇ ਕਰੀਬ ਉਹ ਆਪਣੀ ਉਮੀਦਵਾਰ ਐਲਾਨ ਚੁੱਕਾ, ਤੇ ਤਈਆਂ ਨਾਲ ਸਮਝੌਤਾ ਬਸਪਾ ਨਾਲ ਉਹਦਾ ਹੋ ਚੁੱਕਾ। ਚਾਹੁੰਦਾ ਤਾਂ ਹੈ ਕਿ ਉਹ ਮੇਰਾ ਭਾਜਪਾ ਨਾਲ ਸਮਝੌਤਾ ਹੋ ਜਾਏ, ਪਰ ਵੱਡੇ ਫਰੰਟ ਤੇ ਜਿਹੜਾ ਬਸਪਾ ਨਾਲ ਸਮਝੌਤਾ ਆ ਉਹਨੂੰ ਕਿਸ ਤਰ੍ਹਾਂ ਤੋੜੇਗਾ? ਉਹ ਕਹਿੰਦੇ ਨਾ, ਮਤਲਬ ਪੰਜਾਬੀ 'ਚ ਮਰਦੀ ਨੇ ਅੱਖ ਚੱਬਿਆ, ਮੈਂ ਹਾਰ ਕੇ ਜੇਠ ਨਾਲ ਲਾਈਆਂ, ਕਹਾਣੀ ਉਹ ਆ। ਇਹ ਚਾਹੁੰਦਾ ਹੋਇਆ ਵੀ ਹੁਣ ਸੁਖਬੀਰ ਇਸ ਤਰ੍ਹਾਂ ਨਹੀਂ ਕਰ ਸਕਦਾ ਜਿਹੜਾ ਉਹਨੇ ਬਿਆਨ ਦਿੱਤਾ। ਸੋ ਇਹ ਬਿਆਨ ਉਸ ਤੇ ਅਸੀਂ ਕਹਿ ਸਕਦੇ ਕਿ ਉਸ ਤਰਾਸਦੀ ਨੂੰ ਬਿਆਨ ਕਰਦਾ। ਚਾਹੁੰਦਾ ਤਾਂ ਹੈ ਕਿ ਮੈਂ ਹੁਣ ਸਮਝੌਤਾ ਬੀਜੇਪੀ ਨਾਲ ਕਰ ਲਵਾਂ ਤੇ ਸ਼ਾਇਦ ਮੇਰੀ ਗੱਲ ਬਣ ਜੇ, ਪਰ ਸਮਝੌਤਾ ਹੋ ਨਹੀਂ ਸਕਣਾ ਕਿਉਂਕਿ ਸਥਿਤੀਆਂ ਹੁਣ ਅਜਿਹੀਆਂ ਨੇ। 85 ਉਮੀਦਵਾਰ ਆਪਣੇ ਐਲਾਨ ਕਰ ਚੁੱਕਾ, ਬਾਕੀ ਜਿਹੜੇ ਹੈਗੇ ਨੇ 5-7 ਜਿਹੜੇ ਹੈਗੇ ਨੇ ਉਹ ਕਰਦੇ ਨੇ, ਤੇ ਬਾਕੀ ਜਿਹੜੀਆਂ ਸੀਟਾਂ ਨੇ ਉਹ ਬਸਪਾ ਹੋਣ ਨੇ। ਜੀ ਮਾਨ ਸਾਹਿਬ। ਬਿਲਕੁਲ ਸਰ, ਵੀ ਕਹਿਣ ਦਾ ਇਹ ਤਾਂ ਸਿਰਫ ਸਿਆਸੀ ਰੋਟੀਆਂ ਸੇਕਣ ਦੀ ਗੱਲ ਹੈ, ਲੋਕਾਂ ਨੂੰ ਦਿਖਾਉਣ ਦੀ ਗੱਲ ਹੈ ਵੀ ਉਹ ਅੱਜ ਵੀ ਭਾਜਪਾ ਦੇ ਵਿਰੋਧ ਵਿੱਚ ਨੇ, ਆਪ ਗੱਠਜੋੜ ਨਹੀਂ ਕਰਨਗੇ। ਹੁਣ ਆਪਾਂ ਅਗਲੀ ਗੱਲ ਕਰੀਏ, ਗੱਲ ਕਰਾਂਗੇ CM ਚੰਨੀ ਦੇ ਬਾਰੇ, ਜਿਨ੍ਹਾਂ ਦਾ ਇੱਕ ਵੱਡਾ ਬਿਆਨ ਆਇਆ ਤੇ ਨਾਲ ਹੀ ਨਾਲ ਇੱਕ ਉਹਨਾਂ ਨੇ ਟਾਰਗੇਟ ਕੀਤਾ ਕੁਝ ਲੋਕਾਂ ਨੂੰ ਜਿਹੜੇ ਕਿ ਮੋਦੀ ਦੀ ਤਾਰੀਫ ਕਰ ਰਹੇ ਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ, ਤੇ ਨਾਲ ਉਹ ਕਹਿੰਦੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ। CM ਚੰਨੀ ਨੇ ਤੰਜ ਕੱਸਦੇ ਹੋਏ ਉਹਨਾਂ ਲੋਕਾਂ ਨੂੰ ਕਿਹਾ ਜਿਨ੍ਹਾਂ ਨੇ ਧੰਨਵਾਦ ਕੀਤਾ ਮੋਦੀ ਜੀ ਦਾ, ਵੀ ਤੁਸੀਂ ਕਾਲੇ ਕਾਨੂੰਨ ਨੂੰ ਲੈ ਕੇ ਧੰਨਵਾਦ ਕਿਉਂ ਕਰ ਰਹੇ ਹੋ? ਕਿਉਂਕਿ ਉਹ ਇੱਕ ਗਲਤੀ ਸੀ ਭਾਜਪਾ ਸਰਕਾਰ ਦੀ, ਮੋਦੀ ਦੀ, ਜਿਨ੍ਹਾਂ ਨੇ ਸੁਧਾਰ ਕੀਤਾ ਆਪਣੀ ਗਲਤੀ ਵਿੱਚ। ਉਹ ਮੰਨੇ ਵੀ ਨਹੀਂ ਵੀ ਸਾਡੇ ਤੋਂ ਗਲਤੀ ਹੋਈ ਸੀ, ਫਿਰ ਧੰਨਵਾਦ ਕਿਸ ਚੀਜ਼ ਦਾ ਕਰ ਰਹੇ ਹੋ ਤੁਸੀਂ?
ਤੇ ਦੂਸਰਾ ਉਹਨਾਂ ਨੇ ਬਿਆਨ ਦਿੱਤਾ ਹੈ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹਾਦਤ ਪਾਉਣ ਵਾਲੇ ਕਿਸਾਨਾਂ ਦੇ ਲਈ, ਵੀ ਜਿਨ੍ਹਾਂ ਕਿਸਾਨਾਂ ਨੇ ਸ਼ਹਾਦਤ ਪਾਈ ਹੈਗੀ ਕਿਸਾਨੀ ਸੰਘਰਸ਼ ਦੇ ਦੌਰਾਨ, ਉਹਨਾਂ ਦਾ ਸਮਾਰਕ ਬਣਾਇਆ ਜਾਏਗਾ ਪੰਜਾਬ ਸਰਕਾਰ ਦੇ ਵੱਲੋਂ। ਕਿਵੇਂ ਦੇਖ ਰਹੇ ਹੋ ਜੋ ਉਹਨਾਂ ਨੇ ਹਮਲਾ ਕੀਤਾ ਧੰਨਵਾਦ ਕਰਨ ਵਾਲਿਆਂ ਤੇ ਇੱਕ ਸਮਾਰਕ ਦਾ ਬਿਆਨ ਦਿੱਤਾ ਹੈ, ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖ ਰਹੇ ਹੋ? ਸੀਐਮ ਚੰਨੀ ਦੀ ਪੂਰੀ ਭੂਮਿਕਾ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਚੰਨੀ ਦੀ ਭੂਮਿਕਾ ਜਿਹੜੀ ਨਾ ਬਸ ਉਦਾਂ ਦੀ ਲਿਫਾਫੇਬਾਜ਼ੀ ਵਾਲੀ ਭੂਮਿਕਾ ਹੈਗੀ ਆ। ਬਿਆਨ ਕਿਸੇ ਦੇ ਕੱਸ ਲੈਣੇ ਬੜੇ ਸੌਖੇ ਨੇ। ਠੀਕ ਆ ਜੀ, ਨਰਿੰਦਰ ਮੋਦੀ ਨੇ ਕਾਲੇ ਕਾਨੂੰਨ ਤੁਸੀਂ ਧੰਨਵਾਦ ਕਿਉਂ ਕਰਦੇ ਜੀ? ਚਲੋ ਲੋਕਾਂ ਦਾ ਧੰਨਵਾਦ ਕਰਨਾ ਤਾਂ ਚਲੋ ਨਹੀਂ ਬਣਦਾ, ਮੰਨ ਲਿਆ ਚੰਨੀ ਸਾਹਿਬ ਠੀਕ ਨੇ। ਤੇ ਜਦੋਂ ਫਿਰ ਕਾਂਗਰਸ ਹਾਈ ਕਮਾਨ ਦੇ ਵਿੱਚ ਜਗਦੀਸ਼ ਟਾਟਰ ਜਿਹੜੇ 1984 ਦੇ ਦੰਗੇ ਦੇ ਜ਼ਿੰਮੇਵਾਰ ਬੰਦੇ ਨੇ, ਉਹਨਾਂ ਨੂੰ ਅਹਿਮ ਅਹੁਦੇ ਦਿੱਤੇ ਜਾਂਦੇ ਆ, ਫਿਰ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਸਟੇਟਮੈਂਟ ਉਹਦੇ ਖਿਲਾਫ ਕਿਉਂ ਨਹੀਂ ਆਉਂਦੀ? ਜੇ ਵਾਕਿਆ ਤੁਸੀਂ ਪੂਰਨ ਤੌਰ ਤੇ ਕਿਸਾਨਾਂ ਦੇ, ਪੰਜਾਬ ਦੇ, ਪੰਜਾਬੀ ਦੇ ਪ੍ਰਤੀ ਅਲੰਬਰਦਾਰ ਹੋਣ ਦਾ ਦਾਅਵਾ ਕਰ ਰਹੀ ਜੇ, ਤਾਂ ਫਿਰ ਉਸ ਵੇਲੇ ਮੈਂ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਪੰਜਾਬੀ ਉਹ 84 ਦੇ ਦੰਗਿਆਂ ਦੇ ਵਿੱਚ ਜਿਹੜੇ ਮਾਰੇ ਗਏ ਦਿੱਲੀ ਦੇ ਵਿੱਚ, ਜਿਨ੍ਹਾਂ ਦਾ ਗੁਨਾਹ ਜਗਦੀਸ਼ ਟਾਈਟਲ ਤੇ ਮੱਥੇ ਤੇ ਲੱਗਦਾ, ਘੱਟੋ ਘੱਟ ਉਹਦੇ ਸੰਬੰਧੀ 2 ਸ਼ਬਦ ਬੋਲ ਦਿਓ। ਤੁਸੀਂ ਤੰਜ ਤਾਂ ਕੱਸੋ ਕਿ ਅੱਜ ਕਿਸਾਨਾਂ ਦੇ ਅਲੰਬਰਦਾਰ ਬਣ ਕੇ ਇੰਨੀ ਗੱਲ ਕਹਿ ਰਹੇ ਜੀ ਕਿ ਇਹ ਗਲਤੀ ਹੋਈ। ਗਲਤੀ ਤਾਂ ਸਮੇਂ 'ਚ ਬਹੁਤ ਕੁਝ ਸਮੇਂ ਤੇ ਹੁੰਦੀਆਂ ਰਹਿੰਦੀਆਂ ਨੇ, ਹਰ ਸਰਕਾਰਾਂ ਕੋਲ ਗਲਤੀਆਂ ਹੁੰਦੀਆਂ। ਗਲਤੀਆਂ ਤਾਂ ਅੱਜ ਦੇ ਦੌਰ 'ਚ ਵੀ ਹੋਈਆਂ ਨੇ ਕਿ ਜਿਸ ਤਰੀਕੇ ਨਾਲ ਅਜੇ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਫੜਿਆ ਨਹੀਂ ਗਿਆ, ਸਿੱਖਾਂ ਦੇ ਪਿੱਛੇ ਟੰਗਿਆ ਨਹੀਂ ਗਿਆ। ਅਜੇ ਚਰਨਜੀਤ ਸਿੰਘ ਚੰਨੀ ਹੁਣੀ ਐਲਾਨ ਕਰਦੇ ਪਏ, ਐਲਾਨ ਕਰੀ ਜਾ ਰਹੇ ਆ, ਪਰ ਕੀਤਾ ਨਹੀਂ। ਚਲੋ ਆਪਣਾ ਵਿਸ਼ਾ ਦੂਜੇ ਪਾਸੇ ਪਟਕੇ ਨਾ, ਕਹਿਣ ਦਾ ਅਰਥ ਹੈ ਕਿ ਜੇਕਰ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਨੂੰਨ ਰੱਦ ਕਰਨ ਦੇ ਉੱਤੇ ਧੰਨਵਾਦ ਕਰ ਉਹਨਾਂ ਕੋਲ ਗਲਤੀ ਹੋਈ ਸੀ, ਤਾਂ ਗਲਤੀ ਤਾਂ ਫਿਰ ਅੱਜ ਦੀ ਤਰੀਕ ਦੇ ਵਿੱਚ ਸੋਨੀਆ ਗਾਂਧੀ ਉਹਨਾਂ ਕਾਂਗਰਸ ਹਾਈ ਕਮਾਨ ਕੋਲ ਵੀ ਹੋਈ ਹੈ, ਜਗਦੀਸ਼ ਟਾਈਟਰ ਨੂੰ ਜਿਨ੍ਹਾਂ ਨੇ ਇੱਕ ਵਿਸ਼ੇਸ਼ ਇਨਵਾਈਟੀ ਜਿਹੜਾ ਕੀਤਾ, ਤਾਂ ਉਹਦੇ ਸੰਬੰਧੀ ਵੀ 2 ਸ਼ਬਦ ਬੋਲ ਦਿਓ, ਪਤਾ ਤਾਂ ਲੱਗੇ ਕਿ ਹਾਂ ਵੀ ਤਕੜੀ ਚਰਨਜੀਤ ਸਿੰਘ ਚੰਨੀ ਦੇ ਬਰਾਬਰ ਰੱਖੀ ਹੈ। ਪਰ ਸ਼ਾਇਦ ਉੱਥੇ ਜਵਾਦਾਂ ਨੂੰ ਫਿਰ ਸੱਪ ਸੁੰਘ ਜਾਂਦਾ ਜਾਂ ਬੁੱਲਾਂ ਦੇ ਉੱਤੇ ਦੰਦਲ ਪੈ ਜਾਂਦੀ ਹੈ। ਚਰਨਜੀਤ ਸਿੰਘ ਚੰਨੀ ਦੇ ਚਾਹੇ ਕੈਪਟਨ ਅਮਰਿੰਦਰ ਹੋਵੇ, ਭਾਈ ਕੋਈ ਵੀ ਹੋਵੇ, ਇਹਦੇ ਵਿੱਚ ਸਿੱਧੂ ਵੀ ਹੋ ਸਕਦਾ, ਕੋਈ ਵੀ ਬੰਦਾ ਹੋ ਸਕਦਾ ਜਿਹੜਾ ਬੜੇ ਦਾਅਵੇ ਕਰਦੇ ਨੇ ਕਿ ਅਸੀਂ ਪੰਜਾਬੀ ਦੇ ਲੰਬਰਦਾਰ ਨੇ। ਘੱਟੋ ਘੱਟ ਉਹ ਲੋਕ ਜਿਹੜੇ 84 ਦੇ ਦੰਗਿਆਂ ਦੇ ਜ਼ਿੰਮੇਵਾਰ ਨੇ, ਘੱਟੋ ਘੱਟ ਉਹਨਾਂ ਦੇ ਗੁਨਾਹ ਸੰਬੰਧੀ ਵੀ ਗੱਲ ਕਰੋ। ਦਿੱਲੀ ਬਿਲਕੁਲ 700 ਜਿਹੜੇ ਦੇਰ ਆਏ ਦਰੁਸਤ ਆਏ, ਇਹੀ ਕਹਿੰਦੇ ਨੇ ਕਿ ਚੰਨੀ ਆਪਣੇ ਪ੍ਰਧਾਨ ਮੰਤਰੀ ਹੁਣ ਨੂੰ ਇਹ ਜਿਹੜਾ ਫੈਸਲਾ ਬੜਾ ਪਹਿਲਾਂ ਕਰ ਦੇਣਾ ਚਾਹੀਦਾ ਸੀ, ਸ਼ਾਇਦ ਉਹਨਾਂ ਨੇ ਮਜਬੂਰੀ 'ਚ ਕੀਤਾ, ਇਹ ਗੱਲ ਵੱਖਰੀ ਆ। ਪਰ ਇਹੋ ਜਿਹੇ ਜਿਹੜੇ ਬਿਆਨ ਨੇ, ਜੇਕਰ ਕੁਝ ਵੀ ਚੰਗਾ ਹੁੰਦਾ, ਮਾਨ ਸਾਹਿਬ ਕੁਝ ਵੀ ਚੰਗਾ ਹੋ ਰਿਹਾ, ਉਹਦਾ ਸਵਾਗਤ ਕਰਨਾ ਸਾਡਾ ਫਰਜ਼ ਬਣਦਾ। ਵੇਖੋ 1.5-2 ਸਾਲਾਂ ਤੋਂ ਉਹ ਲੋਕ ਦਿੱਲੀ ਦੇ ਬਾਰਡਰ ਤੇ ਬੈਠੇ ਆ, ਪਰਿਵਾਰਾਂ ਦੇ ਪਿੱਛੋਂ ਕਿਸੇ ਨੇ ਸਾਰਦੀ ਨਹੀਂ। ਚਾਹੇ ਕੋਈ ਵੀ ਪਾਰਟੀ, ਕਾਂਗਰਸ ਪਾਰਟੀ ਨੇ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਵਰਤਿਆ ਜਾਂ ਨਹੀਂ ਵਰਤਿਆ, ਇੱਕ ਵੱਖਰਾ ਇਸ਼ੂ ਆ, ਇਹਦੇ ਸੰਬੰਧੀ ਵੱਖਰਾ ਪ੍ਰੋਗਰਾਮ ਕਰਾਂਗੇ। ਪਰ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੀ ਤਰੀਕ 'ਚ ਐਲਾਨ ਕੀਤਾ, ਘੱਟੋ ਘੱਟ ਤੁਸੀਂ ਉਹਦੀ ਸ਼ਲਾਘਾ ਨਹੀਂ ਕਰਨੀ, ਆਲੋਚਨਾ ਤਾਂ ਨਾ ਕਰੋ। ਉਹਨਾਂ ਕਿਸਾਨਾਂ ਨੂੰ ਵਿਚਾਰਿਆਂ ਨੂੰ ਘਰ ਤੇ ਪਰਤ ਰਹਿਣ ਦਿਓ। ਕੱਲ੍ਹ ਦਾ ਇੱਕ ਚਰਨਜੀਤ ਸਿੰਘ ਚੰਨੀ ਦਾ ਬਿਆਨ ਸੀ ਕਿ ਕਿਸਾਨਾਂ ਨੂੰ ਹੁਣ ਦੂਜੀ ਲੜਾਈ ਵਾਸਤੇ ਤਿਆਰ ਰਹਿਣਾ ਚਾਹੀਦਾ, ਕਿ ਜਿਹੜਾ BSF ਦਾ ਅਧਿਕਾਰ ਖੇਤਰ, ਕਿਉਂ ਕਿਸਾਨ ਕੋ BSF ਦੇ ਅਧਿਕਾਰ ਖੇਤਰ 'ਚ ਜਾਂ ਕਿਸਾਨ ਵਰਤਨ ਨੂੰ ਮਤਲਬ ਚੰਨੀ ਸਰਕਾਰ ਨੇ ਮਤਾ ਪੇਸ਼ ਕੀਤਾ, ਵਿਧਾਨ ਸਭਾ 'ਚ ਪਾਸ ਕੀਤਾ, ਜਾ ਕੇ ਕੋਰਟ, ਸੁਪਰੀਮ ਕੋਰਟ 'ਚ ਰਿਟ ਕਰੋ। ਕਿਸਾਨਾਂ ਦਾ ਕੀ ਰੋਲ ਹੈ? ਕਿਸਾਨਾਂ ਨੇ ਕਿਉਂ ਤੁਸੀਂ ਅੱਗੇ ਵਰਤ ਰਹੇ ਜੀ? ਕੱਲ ਚੰਨੀ ਸਰਕਾਰ ਦੀ ਭੂਮਿਕਾ ਸੀ ਕਿ BSF ਦੇ ਰੋਲ ਦੇ ਵਿੱਚ ਅਧਿਕਾਰ ਖੇਤਰ ਨੂੰ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਕਿਸਾਨਾਂ ਨੂੰ ਤਿਆਰ ਰਹਿਣਾ ਚਾਹੀਦਾ। ਕਿਉਂ ਕਿਸਾਨ ਕਿਉਂ ਤਿਆਰ ਹੋਣ? ਤੁਸੀਂ ਆਪਣੀਆਂ ਰੋਟੀਆਂ ਸੇਕਦੇ ਪਏ ਜੀ, ਕਿਸਾਨਾਂ ਨੂੰ ਤੁਸੀਂ ਅੱਗੇ ਫਾਇਲ ਲਾਇਆ ਕਿਉਂ? ਸੋ ਚੰਨੀ ਸਰਕਾਰ ਦੀ ਇੱਥੇ ਗਲਤੀ। ਬਾਕੀ ਚੰਨੀ ਸਰਕਾਰ ਹੋਣਾ ਦੀ ਜਿਹੜੀ ਗੱਲ ਆ ਕਿ ਅਸੀਂ ਸਮਾਰਕ ਬਣਾਉਣਾ, ਉਹਦੇ ਨਾਲ ਕੀ ਬਣੂਗਾ? ਸਮਾਰਕ ਬਣਾ ਲਓ, ਫਿਰ ਕੀ ਹੋ ਜਾਏਗਾ? ਠੀਕ ਹੈ, ਸਮਾਰਕ ਯਾਦ ਕਰਾਂ, ਉਹਨਾਂ ਜਿਹੜੇ ਬੰਦੇ ਤੁਰ ਗਏ ਦੇ, ਉਹਨਾਂ ਨੇ ਵਾਪਸ ਕਦੇ ਪਰਤਣਾ ਨਹੀਂ। ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਪਰਿਵਾਰਾਂ 'ਚ ਕੀ ਵਾਪਰਿਆ। ਸੋ ਸਮਾਰਕ ਬਣਾਉਣ ਦੀ ਬਜਾਏ ਇਹ ਚਾਹੀਦਾ ਕਿ ਉਹਨਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਇੰਤਜ਼ਾਮ ਕੀਤਾ। ਜਿਸ ਤਰ੍ਹਾਂ ਚੰਨੀ ਸਰਕਾਰ ਕਹਿੰਦੀ ਕਿ ਹਾਂਜੀ ਅਸੀਂ ਨੌਕਰੀ ਦੇਵਾਂਗੇ, ਜਿੱਦਣ ਦੇਣਗੇ ਉਹੋ ਹੀ ਇੱਕ ਸਮਾਰਕ ਹੋਏਗਾ। ਘੱਟੋ ਘੱਟ ਇੱਕ ਸਮਾਰਕ ਬਣਾਓ, ਜਿਹੜਾ 700 ਬੰਦੇ ਜਿਹੜੇ ਕਿਸਾਨ ਉੱਥੇ ਸ਼ਹੀਦ ਹੋਏ ਨੇ, ਤਾਂ ਉਹਨਾਂ 700 ਪਰਿਵਾਰਾਂ ਦੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀਆਂ ਦਾ ਲੈਟਰ, ਨਿਯੁਕਤੀ ਪੱਤਰ ਉਸ ਯਾਦਗਾਰ ਦੇ ਥੱਲੇ ਰਹੋ। ਫਿਰ ਚੰਨੀ ਸਰਕਾਰ ਦੇ ਇਹਨਾਂ ਬਿਆਨਾਂ ਦਾ ਕੋਈ ਮੁੱਲ ਬੋਲਦਾ ਨਹੀਂ, ਤਾਂ ਚਰਨਜੀਤ ਸਿੰਘ ਚੰਨੀ ਵੀ ਸਿਆਸਤ ਕਰਦਾ ਪਿਆ। ਘੱਟ ਤੋਂ ਘੱਟ ਰੱਬ ਦਾ ਵਾਸਤਾ ਜੀ, ਉਹ ਜਿਹੜੇ ਕਿਸਾਨ 1.5 ਸਾਲਾਂ ਤੋਂ ਉੱਥੇ ਬੈਠੇ ਨੇ, ਉਹਨਾਂ ਨੂੰ ਘਰ ਵਾਪਸ ਪਰਤ ਦਿਓ। ਉਹਨਾਂ ਨੂੰ ਕੋਈ ਵੀ ਪਾਰਟੀ ਹੁਣ ਆਪਣੇ ਹਿੱਤਾਂ ਵਾਸਤੇ ਵਰਤੇਗਾ। ਜੀ ਮਾਨ ਸਾਹਿਬ। ਸੋਹਣਕੀ ਸਾਹਿਬ, ਤੁਸੀਂ ਇਹਨਾਂ ਖਬਰਾਂ ਦਾ ਐਨਾਲਿਸਿਸ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਇਹਨਾਂ ਖਬਰਾਂ ਦੇ ਉੱਪਰ ਚਰਚਾ ਕੀਤੀ ਹੈ। ਸਾਨੂੰ ਉਮੀਦ ਹੈ ਅਣਖੀ ਸਰ ਦੁਆਰਾ ਕੀਤੀ ਹੋਈ ਇਹਨਾਂ ਖਬਰਾਂ ਉੱਪਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਖਬਰਾਂ ਦੇ ਨਾਲ ਐਨਾਲਿਸਿਸ ਕਰਨ ਲਈ ਤੁਹਾਡੇ ਨਾਲ ਜੁੜਾਂਗੇ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।